सत श्री अकाल जी। तुसीं प्राइम मिनिस्टर टैलीविजन देख रहे हो। मैं हाँ स्वर्ण सिंह टैणा। तो दोस्तों, हर रोज़ की तरह ही प्रोग्राम खबर की खबर लैके हाज़र हाँ। पहली वड्डी खबर के वल जाण तो पहलां पंजाब के मौसम की हाल बयानी करनी बनती है। लंघे कल पंजाब दे विच लोहड़ियां दी ठंड सी। रात के वेले पारा बेहद लुढ़क गया। दिन के वेले भी बहुती धुप नहीं निकली। पंजाब के ਵੱਖ-ਵੱਖ हिस्सों के विच धुंध पई रही है तो मौसम विभाग ने यह भविष्यवाणी की है कि आउंदे 48 घंटिਆਂ ਦੇ ਵਿੱਚ कोहरा ते धुंध होर वधनी है। अगली गल ये है कि दिल्ली ਦੇ ਵਿੱਚ भी इस वक्त ठंड है जी पिछले दिनों के मुकाबलतन काफ़ी वध चुकी है, जिहदे करके किसान भाईचारा ठंड ਦੇ ਵਿੱਚ ठुर करने ਲਈ मजबूर है। ये ਵੱਖਰੀ गल है कि पंजाब ਦੇ ਵਿੱਚੋਂ हरियाणा ਦੇ ਵਿੱਚੋਂ ਤੇ आले दुआले ਦੇ होर ਖੇਤਰਾਂ ਦੇ ਵਿੱਚੋਂ ਲੱਕੜਾਂ ਦੀਆਂ ਟਰਾਲੀਆਂ ਭਰ ਕੇ ਇੱਥੇ ਸਿੰਘੂ ਬਾਰਡਰ ਦੇ ਉੱਤੇ ਟਿੱਕਰੀ ਬਾਰਡਰ ਦੇ ਉੱਤੇ ਪਹੁੰਚਾਈਆਂ ਜਾ ਰਹੀਆਂ ਤਾਂ ਜੋ ਕਿਸਾਨ ਧੂਣੀ ਸੇਕ ਸਕਣ। ਪਰ ਜਿਹੜੇ ਕਿਸਾਨ ਟਰਾਲੀਆਂ ਦੇ ਥੱਲੇ ਬੈਠੇ ਆ ਜਾਂ ਜਿਹੜੇ ਟਰਾਲੀਆਂ ਦੇ ਵਿੱਚ ਆ ਜਾਂ ਜਿਹੜੇ ਖੁੱਲੇ ਅਸਮਾਨ ਦੇ ਵਿੱਚ ਸੌਂਦੇ ਆ ਤੇ ਜਾਂ ਜਿਹੜੇ ਟੈਂਟਾਂ ਦੇ ਥੱਲੇ ਸੌਂਦੇ ਆ ਤੇ ਉਹਨਾਂ ਦੀ ਆਪਾਂ ਸਥਿਤੀ ਦਾ ਜਾਇਜ਼ਾ ਲੈ ਸਕਦੇ ਆ, ਅੰਦਾਜ਼ਾ ਲਾ ਸਕਦੇ ਆ। ਪਰ ਇੱਕ ਹੋਰ ਜਾਣਕਾਰੀ ਆਈ ਹੈ ਜਿਹੜੀ ਕਿ ਗਾਜੀਪੁਰ ਤੇ ਹੋਰ ਵੱਖ-ਵੱਖ ਬਾਰਡਰਾਂ ਦੇ ਵੱਲੋਂ ਸਾਨੂੰ ਪ੍ਰਾਪਤ ਹੋਈ ਹੈ। ਉੱਥੇ ਕਿਸਾਨ ਆ ਵੀ ਚੁੱਕੇ ਆ ਤੇ ਵੱਡੀ ਗਿਣਤੀ ਦੇ ਵਿੱਚ ਸ਼ਾਇਦ ਹਾਲੇ ਹੋਰ ਆਉਣੇ ਬਾਕੀ ਵੀ ਹੈ। ਉੱਥੋਂ ਰਿਪੋਰਟਾਂ ਆਈਆਂ ਕਿ ਜਿਸ ਤਰੀਕੇ ਦੇ ਨਾਲ ਦਾਨੀ ਸੱਜਣਾ ਦੇ ਵੱਲੋਂ ਸਿੰਘੂ ਦੇ ਉੱਤੇ ਟਿਕਰੀ ਦੇ ਉੱਤੇ ਇਸ ਵਕਤ ਕੰਬਲ, ਰਜਾਈਆਂ, ਖਾਣ ਪੀਣ ਦਾ ਹੋਰ ਸਮਾਨ ਪਹੁੰਚਾਇਆ ਜਾ ਰਿਹਾ, ਉਵੇਂ ਗਾਜੀਪੁਰ ਦੇ ਬਾਰਡਰ ਦੇ ਉੱਤੇ ਵੀ ਮਦਦ ਕਰਨ ਦੀ ਲੋੜ ਹੈ। ਸੋ ਜਿਹੜੇ ਵੀ ਸੱਜਣ, ਜਿਹੜੀਆਂ ਵੀ ਸੰਸਥਾਵਾਂ ਇਸ ਵਕਤ ਮਦਦ ਕਰ ਰਹੀਆਂ ਸਾਹਮਣੇ ਆ ਕੇ ਉਹਨਾਂ ਨੂੰ ਆਪਣੀ ਤੌਰ ਦੇ ਉੱਤੇ ਪਹਿਲਾਂ ਪੜਤਾਲ ਕਰ ਲੈਣੀ ਚਾਹੀਦੀ ਹੈ। ਜੇਕਰ ਉਹ ਇਹ ਸਮਝਣ ਕਿ ਗੱਲ ਜਾਣਕਾਰੀ ਦੇ ਰੂਪ ਦੇ ਵਿੱਚ ਬਿਲਕੁਲ ਸਹੀ ਹੈ ਤਾਂ ਉਹਨਾਂ ਨੂੰ ਉੱਥੇ ਵੀ ਮਦਦ ਕਰਨੀ ਚਾਹੀਦੀ ਹੈ, ਜਿਹੜੀ ਕਿ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਕਿਸਾਨ ਅੰਦੋਲਨ ਦੇ ਨਾਲ ਹੀ ਸੰਬੰਧਿਤ ਹੈ। ਲੰਘੇ ਕੱਲ ਪੰਜਾਬ ਦੇ ਕਿਸਾਨ ਆਗੂਆਂ ਦੇ ਵੱਲੋਂ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਹੈ ਕੇਂਦਰ ਦੀ ਸਰਕਾਰ ਦੇ ਵੱਲੋਂ ਕਿ ਅਸੀਂ ਮੀਟਿੰਗ ਦੇ ਲਈ ਸਮਾਂ ਮੰਗ ਰਹੇ ਹਾਂ, ਆਓ ਆਪਾਂ ਮੀਟਿੰਗ ਕਰਦੇ ਹਾਂ, ਤੁਹਾਨੂੰ ਇੱਕ ਚਿੱਠੀ ਭੇਜੀ ਗਈ ਹੈ, ਤੁਸੀਂ ਤਰੀਕ ਤੇ ਸਮਾਂ ਤੈਅ ਕਰਕੇ ਦੱਸੋ। ਕਿਸਾਨ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਵਾਰ-ਵਾਰ ਮੀਟਿੰਗਾਂ ਕਰਕੇ ਅਸੀਂ ਉਕਤਾ ਗਏ ਹਾਂ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜੇਕਰ ਤੁਸੀਂ ਇਹੀ ਕਹਿਣਾ ਕਿ ਸੋਧਾਂ ਹੋ ਜਾਣੀਆਂ ਪਰ ਕਾਨੂੰਨ ਰੱਦ ਨਹੀਂ ਹੋਣੇ ਤੇ ਫਿਰ ਤਾਂ ਮੀਟਿੰਗ ਕਰੀ ਤੇ ਨਾ ਕਰੀ ਇੱਕ ਬਰਾਬਰ ਹੈ। ਪਰ ਲੰਘੇ ਕੱਲ ਇੱਕ 5 ਮੈਂਬਰੀ ਕਮੇਟੀ ਬਣਾਈ ਗਈ ਹੈ, ਯਾਨੀ ਕਿ 31 ਜਥੇਬੰਦੀਆਂ ਦੇ ਵਿੱਚੋਂ 5 ਮੈਂਬਰੀ ਕਮੇਟੀ ਨਿਕਲੀ ਹੈ। ਇਸ 5 ਮੈਂਬਰੀ ਕਮੇਟੀ ਦੇ ਵੱਲੋਂ ਫਿਰ ਪੜਤਾਲ ਕੀਤੀ ਜਾਊਗੀ, ਸਵੈ ਚਿੰਤਨ ਕੀਤਾ ਜਾਊਗਾ। ਇਸ ਮਾਮਲੇ ਦੇ ਉੱਤੇ ਵਿਚਾਰ ਵਟਾਂਦਰਾ ਖੂਬ ਹੋਊਗਾ ਕਿ ਆਪਾਂ ਮਿਲਣਾ ਕਿ ਨਹੀਂ, ਕੇਂਦਰ ਦੀ ਸਰਕਾਰ ਦੇ ਨਾਲ ਅਗਲੀ ਮੀਟਿੰਗ ਕਰਨੀ ਹੈ ਕਿ ਨਹੀਂ, ਤੇ ਜੇਕਰ ਕਰਨੀ ਹੈ ਤਾਂ ਉਹ ਕਿਹੜੀ ਤਰੀਕ ਨੂੰ ਕਰਨੀ ਚਾਹੀਦੀ ਹੈ, ਕਿੰਨੇ ਵਜੇ ਕਰਨੀ ਚਾਹੀਦੀ ਹੈ। ਇਹਦੇ ਬਾਬਤ ਅੱਜ 2 ਵਜੇ ਤੋਂ ਬਾਅਦ ਜਾਣਕਾਰੀ ਪਤਾ ਲੱਗਾ ਕਿ ਸਾਹਮਣੇ ਆ ਜਾਣੀ ਹੈ। ਹੁਣ ਜੇਕਰ ਇੱਕ ਹੋਰ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੋਵੇ, ਤੁਸੀਂ ਵੀ ਹੈਰਾਨ ਰਹਿ ਜਾਣਾ। ਕੇਂਦਰ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁਰੂਆਤ ਦੇ ਵਿੱਚ ਕਈ ਵਾਰ ਇਹ ਗੱਲ ਕਹੀ ਕਿ ਕਿਸਾਨ ਗੁੰਮਰਾਹ ਹੋ ਗਏ, ਕਿਸਾਨ ਪੜ੍ਹੇ ਲਿਖੇ ਨਹੀਂ ਉਹਨੇ, ਜਿਹਦੇ ਕਰਕੇ ਇਹਨਾਂ ਨੂੰ ਖੇਤੀ ਕਾਨੂੰਨਾਂ ਦੀ ਸਮਝ ਆ ਨਹੀਂ ਰਹੀ। ਅਸੀਂ ਵੀ 1 ਮਿੰਟ ਦੇ ਲਈ ਇਹ ਮੰਨ ਲੈਂਦੇ ਹਾਂ ਕਿ ਕਿਸਾਨ ਪੜ੍ਹੇ ਲਿਖੇ ਨਹੀਂ ਜਾਂ ਘੱਟ ਪੜ੍ਹੇ ਲਿਖੇ ਆ, ਜਿਹਦੇ ਕਰਕੇ ਸ਼ਾਇਦ ਕਾਨੂੰਨ ਸਮਝ ਨਾ ਆਉਂਦੇ ਹੋਣ। ਪਰ ਇਹਨਾਂ ਦੀ ਆਪਣੀ ਕੈਬਨਿਟ ਦੇ ਮੰਤਰੀ ਕਿੰਨੇ ਕੁ ਪੜ੍ਹੇ ਲਿਖੇ ਆ, ਇਹਦੀ ਇੱਕ ਉਦਾਹਰਨ ਰਾਮਦਾਸ ਅਠਾਵਲੇ ਕੇਂਦਰੀ ਮੰਤਰੀ ਦੇ ਰਾਹੀਂ ਮਿਲ ਜਾਂਦੀ ਹੈ। ਕੁਝ ਮਹੀਨੇ ਪਹਿਲਾਂ ਕਰੋਨਾ ਮਹਾਮਾਰੀ ਦੇ ਸਿਖਰ ਦੇ ਮੌਕੇ ਰਾਮਦਾਸ ਨੇ ਗੱਲ ਕਹੀ ਸੀ ਕਿ ਗੋ ਕਰੋਨਾ ਗੋ, ਗੋ ਕਰੋਨਾ ਗੋ, ਗੋ ਕਰੋਨਾ ਗੋ। ਇਹ ਕਹਿਣ ਦੇ ਨਾਲ ਕਰੋਨਾ ਭੱਜ ਜਾਂਦਾ। ਉਹਨੂੰ ਆਪ ਨੂੰ ਕਰੋਨਾ ਹੋ ਗਿਆ, ਬਾਅਦ ਦੇ ਵਿੱਚ 14 ਦਿਨ ਆਈਸੋਲੇਸ਼ਨ ਦੇ ਵਿੱਚ ਰਿਹਾ ਤੇ ਅੱਜ ਉਹਨੇ ਫਿਰ ਜਬਲੀ ਮਾਰ ਦਿੱਤੀ ਹੈ। ਉਹਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਕਿਹਾ ਸੀ ਗੋ ਕਰੋਨਾ ਗੋ, ਗੋ ਕਰੋਨਾ ਗੋ, ਤੇ ਦੇਖਿਆ ਜਾ ਰਿਹਾ ਨਾ ਹੁਣ ਇਸੇ ਕਰਕੇ ਭਾਰਤ ਦੇ ਵਿੱਚੋਂ ਕਰੋਨਾ ਗਾਇਬ ਹੋ ਰਿਹਾ, ਕਿਉਂਕਿ ਮੈਂ ਗੋ 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 ਆਖਿਆ ਸੀਗਾ। ਪਰ ਉਸ ਬੰਦੇ ਨੂੰ ਇਹ ਨਹੀਂ ਪਤਾ ਵੀ ਜਿਹੜਾ ਬੰਦਾ ਆਇਆ ਧਰਤੀ ਤੇ ਉਹਨੇ ਵੀ ਜਾਣਾ, ਜਿਹੜੀ ਚੀਜ਼ ਬਣੀ ਆ ਉਹਨੇ ਵੀ ਨਸ਼ਟ ਹੋਣਾ, ਤੇ ਉਵੇਂ ਕਰੋਨਾ ਨੇ ਵੀ ਜਾਣਾ। ਜੇ ਅੱਜ ਨਾ ਜਾਊਗਾ ਮਹੀਨਾ ਠਹਿਰ ਕੇ ਚਲਾ ਜਾਊਗਾ। ਇਹਦੇ ਵਿੱਚ ਤੇਰੇ ਗੋ 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 ਕਹਿਣ ਨਾਲ ਕੀ ਤਲਕ ਹੈ? ਯਾਨੀ ਕਿ ਇੰਨੇ ਕੁ ਪੜ੍ਹੇ ਲਿਖੇ ਮੰਤਰੀ ਇਸ ਵਕਤ ਕੇਂਦਰ ਦੀ ਕੈਬਨਿਟ ਦੇ ਵਿੱਚ ਹੈ ਤੇ ਹਾਲੇ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਸਾਨ ਅਨਪੜ੍ਹ ਆ। ਅਨਪੜ੍ਹ ਕੌਣ ਆ ਇਹਦਾ ਪਤਾ ਇਸ ਗੱਲ ਤੋਂ, ਇਸ ਰਿਪੋਰਟ ਤੋਂ ਲੱਗ ਜਾਂਦਾ ਹੈ ਕਿ ਇਹਨਾਂ ਦੇ ਕੇਂਦਰੀ ਮੰਤਰੀਆਂ ਦੀ ਬੌਧਿਕਤਾ ਕਿਹੋ ਜਿਹੀ ਆ। ਹੁਣ ਅਗਲੀ ਗੱਲ ਇਹ ਹੈ ਕਿ ਅੱਜ ਜਿਸ ਤਰੀਕੇ ਦੇ ਨਾਲ ਮਨੋਹਰ ਲਾਲ ਖੱਟੜ ਹੋਰਾਂ ਦੇ ਮੁਤਲਕ ਖਬਰਾਂ ਆਈਆਂ ਉਹ ਵੀ ਹੈਰਾਨ ਕਰਦੀਆਂ। ਅੰਬਾਲਾ ਖੇਤਰ ਦੇ ਵੱਲ ਮਨੋਹਰ ਲਾਲ ਖੱਟੜ ਹੋਰੀ ਗਏ ਨਗਰ ਨਿਗਮ ਦੀਆਂ ਚੋਣਾਂ ਦੇ ਵਾਸਤੇ, ਪਰ ਉੱਥੇ ਕਹਿੰਦੇ ਆ ਵੀ ਕਿਸਾਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਘੇਰ ਲਿਆ। ਜਦੋਂ ਉੱਥੋਂ ਦੀ ਪੁਲਿਸ ਨੇ ਇੱਕ ਬਦਲਵੇਂ ਰਸਤੇ ਰਾਹੀਂ ਮੁੱਖ ਮੰਤਰੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਉੱਥੋਂ ਘੱਲਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਭੜਕ ਗਏ। ਉਹਨਾਂ ਨੇ ਮੁੱਖ ਮੰਤਰੀ ਦੀ ਉਸ ਗੱਡੀ ਦੇ ਉੱਤੇ ਜਿਹਦੇ ਵਿੱਚ ਉਹ ਖੁਦ ਬੈਠੇ ਆ ਉਹਦੇ ਉੱਤੇ ਬਹੁਤ ਸਾਰੇ ਡੰਡੇ ਮਾਰੇ ਆ ਤੇ ਪੁਲਿਸ ਦੇ ਨਾਲ ਧੱਕਾ ਮੁੱਕੀ ਵੀ ਹੋਈ ਹੈ ਤੇ ਕਈ ਕਿਸਾਨਾਂ ਦੀਆਂ ਇੱਥੇ ਪੱਗਾਂ ਵੀ ਲੱਥ ਗਈਆਂ ਧੱਕਾ ਮੁੱਕੀ ਦੇ ਵਿੱਚ।
ਪਤਾ ਲੱਗਾ ਕਿ ਮਨੋਹਰ ਲਾਲ ਖੱਟੜ ਕਾਫੀ ਸਹਿਮ ਗਏ ਸੀ। ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਉਹਨਾਂ ਦਾ ਤੇ ਮੁਰਦਾਬਾਦ ਦੇ ਨਾਅਰੇ ਵੀ ਲੱਗੇ ਆ ਤੇ ਡੰਡੇ ਇੰਨੇ ਕੁ ਪਏ ਆ ਉਹਨਾਂ ਦੀ ਗੱਡੀ ਦੇ ਉੱਤੇ ਵੀ ਪੁੱਛੋ ਕੁਛ ਨਾ ਚਿੱਬ ਪਾ ਕੇ ਰੱਖ ਦਿੱਤੇ ਆ। ਸੋ ਕਹਿਣ ਦਾ ਭਾਵ ਇਹ ਆ ਕਿ ਇਹ ਉਹੀ ਮਨੋਹਰ ਲਾਲ ਖੱਟੜ ਨੇ ਜਿਹੜੇ ਇਹ ਗੱਲ ਕਹਿੰਦੇ ਸੀ ਤੇ ਹੁਣ ਵੀ ਸ਼ਾਇਦ ਉਹ ਕਹਿੰਦੇ ਹੋਣ ਸਮੇਂ ਦੇ ਉੱਤੇ ਕਿ ਇਹ ਕਿਸਾਨ ਤਾਂ ਗੁੰਮਰਾਹ ਹੋ ਗਏ ਹਨ, ਇਹ ਤਾਂ ਹੋਰ ਵੱਖ-ਵੱਖ ਪਾਰਟੀਆਂ ਦੇ ਵੱਲੋਂ ਇੱਥੇ ਭੇਜ ਦਿੱਤੇ ਗਏ ਹਨ, ਇਹ ਤਾਂ ਕਿਸਾਨਾਂ ਨੂੰ ਸਹੀ ਜਾਣਕਾਰੀ ਦਿੱਤੀ ਨਹੀਂ ਗਈ। ਹੁਣ ਤਾਂ ਤੁਹਾਡੇ ਆਪਣੇ ਸੂਬੇ ਦੇ ਵਿੱਚ ਤੁਹਾਡੀ ਕਾਰ ਦੇ ਉੱਤੇ, ਤੁਹਾਡੀ ਗੱਡੀ ਦੇ ਉੱਤੇ ਹਮਲਾ ਹੋਇਆ, ਹੁਣ ਵੀ ਇਹ ਗੱਲ ਕਹੋਗੇ ਵੀ ਗੁੰਮਰਾਹ ਹੋਏ ਕਿਸਾਨਾਂ ਨੇ ਕੀਤਾ ਜਾਂ ਹੁਣ ਕੋਈ ਹੋਰ ਇਹਦੇ ਪਿੱਛੇ ਬਹਾਨਾ ਲੱਭਣਾ? ਇਹਦੇ ਬਾਬਤ ਸੋਚ ਕੇ ਉਹਨਾਂ ਨੂੰ ਜ਼ਰੂਰ ਦੱਸਣਾ ਚਾਹੀਦਾ। ਪਰ ਲੰਘੇ ਕੱਲ ਕਿਸਾਨ ਆਗੂਆਂ ਨੇ ਮੀਟਿੰਗ ਕਰਕੇ ਕਿਹੜੇ ਫੈਸਲੇ ਲਏ ਆ, ਪਹਿਲਾਂ ਇਹਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕੇਂਦਰ ਸਰਕਾਰ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਕਰਨ ਦੇ ਲਈ ਲੰਘੇ ਦਿਨੀ ਸੱਦਾ ਦਿੱਤਾ ਗਿਆ ਸੀ, ਜਿਸ ਕਰਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਹੁਣ ਮਹੱਤਵਪੂਰਨ ਵਿਚਾਰ ਵਟਾਂਦਰਾ ਕੀਤਾ ਗਿਆ। ਕੇਂਦਰ ਵੱਲੋਂ ਭੇਜੇ ਗਏ ਸੱਦੇ ਦੇ ਉੱਤੇ ਜਥੇਬੰਦੀਆਂ ਨੇ ਤਕਰੀਬਨ 7 ਤੋਂ 8 ਘੰਟੇ ਤੱਕ ਮੀਟਿੰਗ ਕੀਤੀ ਹੈ, ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਪ੍ਰੈਸ ਕਾਨਫਰੰਸ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ 32 ਦੇ ਵਿੱਚੋਂ ਸਿਰਫ 5 ਮੈਂਬਰੀ ਕਮੇਟੀ ਬਾਹਰ ਕੱਢੀ ਗਈ ਹੈ, ਯਾਨੀ ਕਿ 32 ਕਿਸਾਨ ਜਥੇਬੰਦੀਆਂ ਦੇ ਵਿੱਚੋਂ 5 ਮੈਂਬਰੀ ਕਮੇਟੀ ਅਸੀਂ ਬਣਾਈ ਹੈ। ਇਹ ਕਮੇਟੀ ਇੱਕ ਵਾਰ ਫਿਰ ਇਸ ਮੁੱਦੇ ਦੇ ਉੱਤੇ ਵਿਚਾਰ ਕਰੇਗੀ ਤੇ ਇਹ ਫੈਸਲਾ ਕਰੇਗੀ ਕਿ ਸਰਕਾਰ ਨਾਲ ਮੀਟਿੰਗ ਕਰਨੀ ਹੈ ਜਾਂ ਫਿਰ ਨਹੀਂ। ਇਸ ਮੌਕੇ ਦੇ ਉੱਤੇ ਕਿਸਾਨ ਆਗੂਆਂ ਨੇ ਇਹ ਵੀ ਗੱਲ ਕਹੀ ਕਿ ਕੇਂਦਰ ਦੀ ਸਰਕਾਰ ਸਿਰਫ ਤੇ ਸਿਰਫ ਝਕਾਨੀਆਂ ਦੇਣ ਦਾ ਕੰਮ ਕਰ ਰਹੀ ਹੈ, ਉਹਦੇ ਵੱਲੋਂ ਹੋਰ ਕੁਝ ਵੀ ਅਸਲ ਅਰਥਾਂ ਦੇ ਵਿੱਚ ਨਹੀਂ ਕੀਤਾ ਜਾ ਰਿਹਾ। ਕਿਸਾਨ ਆਗੂਆਂ ਨੇ ਇਹ ਵੀ ਗੱਲ ਕਹੀ ਕਿ ਅਸੀਂ ਆਪਣੇ ਸੰਘਰਸ਼ ਦੀ ਧਾਰ ਨੂੰ ਤਿੱਖਾ ਹੀ ਰੱਖਾਂਗੇ, ਅਸੀਂ ਇਸ ਸੰਘਰਸ਼ ਨੂੰ ਠੰਡਾ ਨਹੀਂ ਪੈਣ ਦੇਣਾ। ਬੇਸ਼ੱਕ ਕੇਂਦਰ ਦੀ ਸਰਕਾਰ ਦੇ ਵੱਲੋਂ ਲੱਖ ਯਤਨ ਕੀਤੇ ਜਾ ਰਹੇ ਨੇ ਕਿ ਕਿਸਾਨ ਅੰਦੋਲਨ ਤਾਰ ਪੀੜੋ ਹੋ ਜਾਵੇ, ਪਰ ਸਾਡੀ ਇਕਜੁੱਟਤਾ ਇਸ ਗੱਲ ਦੇ ਵਿੱਚ ਹੈ ਕਿ ਅਸੀਂ ਹਾਰ ਨਹੀਂ ਮੰਨਾਂਗੇ। ਇਸ ਵਕਤ ਕਿਸਾਨ ਆਗੂਆਂ ਨੇ ਕਿਹਾ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਭਾਰਤ ਦੇ ਵਿੱਚ ਆਉਣ ਲੱਗੇ ਨੇ, ਕਿਉਂਕਿ 26 ਜਨਵਰੀ ਦਾ ਦਿਹਾੜਾ ਉਹਨਾਂ ਨੇ ਭਾਰਤ ਦੇ ਵਿੱਚ ਬਤੌਰ ਮੁੱਖ ਮਹਿਮਾਨ ਮਨਾਉਣਾ। ਪਰ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨੇ ਵੀ ਭਾਰਤੀ ਮੂਲ ਦੇ ਜਾਂ ਪੰਜਾਬੀ ਮੂਲ ਦੇ ਮੈਂਬਰ ਪਾਰਲੀਮੈਂਟ ਇੰਗਲੈਂਡ ਦੇ ਵਿੱਚ ਨੇ, ਉਹਨਾਂ ਨੂੰ ਬੋਰਿਸ ਜੌਨਸਨ ਨੂੰ ਭਾਰਤ ਦੇ ਵਿੱਚ ਆਉਣ ਤੋਂ ਰੋਕਣਾ ਚਾਹੀਦਾ, ਜਿੰਨੀ ਦੇਰ ਤੱਕ ਭਾਰਤ ਦੀ ਸਰਕਾਰ ਸਾਰੀਆਂ ਮੰਗਾਂ ਸਾਡੀਆਂ ਨਹੀਂ ਮੰਨਦੀ। ਇਸ ਤੋਂ ਇਲਾਵਾ 25, 26 ਤੇ 27 ਦਸੰਬਰ ਨੂੰ ਹਰਿਆਣੇ ਦੇ ਟੋਲ ਨਾਕੇ ਫ੍ਰੀ ਕੀਤੇ ਜਾਣਗੇ। ਭਾਜਪਾ ਆਗੂਆਂ ਨੂੰ ਚੇਤਾਵਨੀ ਪੱਤਰ ਦਿੱਤੇ ਜਾਣਗੇ ਤੇ ਇਹ ਵੀ ਐਲਾਨ ਕੀਤਾ ਗਿਆ ਕਿ ਆਉਂਦੇ ਦਿਨਾਂ ਦੇ ਵਿੱਚ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸ਼ਰਧਾਪੂਰਵਕ ਟਿਕਰੀ ਤੇ ਸਿੰਘੂ ਬਾਰਡਰ ਦੇ ਉੱਤੇ ਹੀ ਮਨਾਇਆ ਜਾਵੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿਸਾਨ ਆਗੂਆਂ ਦੇ ਵੱਲੋਂ ਇੱਕ IT ਸੈੱਲ ਵੀ ਬਣਾ ਲਿਆ ਗਿਆ। ਇਹ IT ਸੈੱਲ ਭਾਜਪਾ ਦੇ IT ਸੈੱਲ ਦਾ ਧੋਬੀ ਪਟਕਾ ਲਵਾਉਣ ਦੇ ਲਈ ਯਤਨ ਕਰੂਗਾ ਤੇ ਇਹਦੇ ਵੱਲੋਂ ਬਿਲਕੁਲ ਬਰਾਬਰ ਦਾ ਕੰਮ ਕੀਤਾ ਜਾਊਗਾ। ਜਿਵੇਂ ਕਿ ਭਾਜਪਾ ਦੇ IT ਸੈੱਲ ਦੇ ਵੱਲੋਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਕਿਸਾਨਾਂ ਨੇ ਮੋੜਵਾਂ ਉੱਤਰ ਦੇਣ ਦੇ ਲਈ ਪੜ੍ਹੇ ਲਿਖੇ ਧੀਆਂ ਪੁੱਤਾਂ ਦੇ ਨਾਲ ਮਿਲ ਕੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ IT ਸੈੱਲ ਤਿਆਰ ਕੀਤਾ, ਜਿਹੜਾ ਕਿ ਹੁਣ ਚਮਤਕਾਰ ਪੇਸ਼ ਕਰੂਗਾ, ਭਾਜਪਾ ਨੂੰ ਇਸ ਵਕਤ ਟੱਕਰ ਬਰਾਬਰ ਦੀ ਦੇਊਗਾ ਜਾਂ ਉਹਨਾਂ ਨੂੰ ਹੋ ਸਕਦਾ ਪਰੇ ਵੀ ਕਰ ਦੇਵੇ। ਉਸ ਤੋਂ ਅਗਲੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਇਹ ਵਾਰ-ਵਾਰ ਗੱਲ ਕਹਿ ਰਹੇ ਆ ਕਿ ਮੀਟਿੰਗ ਅਸੀਂ ਤਾਂ ਕਰਾਂਗੇ ਜੇਕਰ ਤੁਸੀਂ ਮੀਟਿੰਗ ਦਾ ਏਜੰਡਾ ਦੱਸੋਗੇ, ਮੀਟਿੰਗ ਦਾ ਵਿਸ਼ਾ ਦੱਸੋਗੇ। ਜੇ ਤੁਸੀਂ ਇਹ ਗੱਲ ਕਹਿੰਦੇ ਆ ਕਿ ਆਪਾਂ ਮਿਲ ਬੈਠ ਕੇ ਗੱਲ ਕਰਦੇ ਆ, ਤਾਂ ਮਿਲੇ ਤਾਂ ਅਸੀਂ 5 ਵਾਰ ਪਹਿਲਾਂ ਵੀ ਆ, 5 ਵਾਰੀਆਂ ਦੇ ਵਿੱਚ ਤੁਸੀਂ ਕੱਖ ਨਹੀਂ ਕੀਤਾ। ਸਾਨੂੰ ਇੱਕੋ ਗੱਲ ਤੁਸੀਂ ਕਹੀ ਗਏ ਆ ਕਿ ਜੀ ਇਸ ਕਾਨੂੰਨ ਦੇ ਵਿੱਚ ਕੁਝ ਵੀ ਗਲਤ ਨਹੀਂ, ਅਸੀਂ ਕਾਨੂੰਨ ਰੱਦ ਨਹੀਂ ਕਰ ਸਕਦੇ, ਅਸੀਂ ਸੋਧਾਂ ਕਰ ਦਿੰਦੇ ਆ। ਕਿਸਾਨ ਆਗੂਆਂ ਨੇ ਨਿੱਠ ਕੇ ਇਹ ਗੱਲ ਕਹੀ ਆ ਵੀ ਜੇ ਤਾਂ ਕਾਨੂੰਨ ਰੱਦ ਕਰਨੇ ਆ ਤਾਂ ਮੀਟਿੰਗ ਕਰਨ ਦਾ ਫਾਇਦਾ, ਤਾਂ ਨਹੀਂ ਤਾਂ ਮੀਟਿੰਗ ਕਰਨ ਦਾ ਕੋਈ ਫਾਇਦਾ ਨਹੀਂ, ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਉਸ ਤੋਂ ਅਗਲੀ ਗੱਲ ਇਹ ਹੈ ਕਿ ਇਸ ਵਕਤ BJP ਦੇ ਭੁਲੇਖੇ ਨਿਕਲਣੇ ਸ਼ੁਰੂ ਹੋ ਚੁੱਕੇ ਆ। BJP ਦੇ ਆਗੂ ਇਹ ਗੱਲ ਕਹਿੰਦੇ ਹੁੰਦੇ ਸੀ ਕਿਸਾਨ ਭੁਲੇਖੇ ਦੇ ਵਿੱਚ ਹੈ। ਮਨੋਹਰ ਲਾਲ ਖੱਟੜ ਦਾ ਭੁਲੇਖਾ ਲੰਘੇ ਕੱਲ ਅੰਬਾਲੇ ਦੇ ਵਿੱਚ ਨਿਕਲ ਗਿਆ। ਮਨੋਹਰ ਲਾਲ ਖੱਟੜ ਹੋਰਾਂ ਦੀ ਕਾਰ ਦੇ ਉੱਤੇ ਜਿਸ ਤਰੀਕੇ ਨਾਲ ਹਮਲਾ ਹੋਇਆ, ਮਤਲਬ ਇਹ ਹੈ ਵੀ ਪੂਰੇ ਭਾਰਤ ਦੇ ਕਿਸਾਨ ਆ ਜਿਹੜੇ ਉਹ ਇਸ ਵਕਤ ਇਕਜੁੱਟ ਹੈ ਤੇ BJP ਦੀ ਸਰਕਾਰ ਕਿਸੇ ਸੂਬੇ ਦੇ ਵਿੱਚ ਹੋਵੇ ਜਾਂ ਕੇਂਦਰ ਦੇ ਵਿੱਚ ਹੋਵੇ ਤਾਂ ਉਹਦੇ ਪ੍ਰਤੀ ਉਹਨਾਂ ਦਾ ਗੁੱਸਾ ਜਿਹੜਾ ਉਹ ਲਗਾਤਾਰ ਜਵਾਲਾਮੁਖੀ ਬਣ ਕੇ ਫਟ ਰਿਹਾ, ਕਿਉਂਕਿ ਕਿਸਾਨਾਂ ਦੀ ਮੰਨਣ ਦੀ ਥਾਂ ਦੇ ਉੱਤੇ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਗਲੀ ਗੱਲ ਇਹ ਹੈ ਕਿ ਇੱਕ ਪਾਸੇ ਤਾਂ BJP ਕਹਿ ਰਹੀ ਆ ਆਪਾਂ ਸੁਲ੍ਹਾ ਸਫਾਈ ਕਰਦੇ ਹਾਂ, ਆਓ ਆਪਾਂ ਮਿਲ ਬੈਠ ਕੇ ਗੱਲਬਾਤ ਕਰਦੇ ਹਾਂ, ਆਓ ਆਪਾਂ ਸੰਵਾਦ ਦੀ ਅਹਿਮੀਅਤ ਨੂੰ ਸਮਝੀਏ, ਪਰ ਦੂਜੇ ਪਾਸੇ ਕਦੇ ਆੜਤੀਆਂ ਨੂੰ, ਕਦੇ ਕਲਾਕਾਰਾਂ ਨੂੰ, ਕਦੇ ਕਿਵੇਂ ਤੇ ਕਦੇ ਕਿਵੇਂ ਉਹਨਾਂ ਦੇ ਵੱਲੋਂ ਦਬਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਹੁਤ ਸਾਰੇ ਆੜਤੀਆਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਲਗਾਤਾਰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ। BJP ਦੇ ਵੱਲੋਂ ਇਸ ਵਕਤ SYL ਦਾ ਪੱਤਾ ਵੀ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਇੱਕ ਵੱਖਰੀ ਗੱਲ ਆ ਕਿ ਹਰਿਆਣੇ ਦੇ ਸੂਝਵਾਨ ਕਿਸਾਨਾਂ ਨੇ ਹਾਲ ਦੀ ਘੜੀ BJP ਦੇ ਇਸ ਪੱਤੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਮਤਲਬ ਇਹ ਆ ਕਿ ਅੰਦਰ ਖਾਤੇ ਉਹ ਬਹੁਤ ਕੁਝ ਕਰ ਰਹੇ ਆ ਤਾਂ ਜੋ ਕਿਸਾਨਾਂ ਦੇ ਵਿੱਚ ਵੰਡੀ ਪੈ ਜੇ, ਕਿਸਾਨ ਆ ਜਿਹੜੇ ਫੁੱਟ ਦਾ ਸ਼ਿਕਾਰ ਹੋ ਜਾਣ। ਪਰ ਵਕਤ
ਦੱਸੂਗਾ ਬਣਦਾ ਕੀ ਹੈ। ਉੱਦਾਂ ਕਿਸਾਨਾਂ ਦੇ ਹੌਸਲੇ ਬੁਲੰਦ ਹੈ, ਭਾਵੇਂ ਕਿ ਪਾਰਾ ਡਿੱਗ ਰਿਹਾ ਇਸ ਵਕਤ ਲਗਾਤਾਰ, ਪਰ ਹੌਸਲਾ ਨਹੀਂ ਡਿੱਗ ਰਿਹਾ। ਇਸ ਗੱਲ ਦੀ ਬੜੀ ਤਸੱਲੀ ਹੈ। ਪਾਰਾ ਜਿਵੇਂ ਜਿਵੇਂ ਡਿੱਗ ਰਿਹਾ, ਕਿਸਾਨਾਂ ਦਾ, ਮਜ਼ਦੂਰਾਂ ਦਾ, ਬਾਕੀ ਵਰਗਾਂ ਦੇ ਲੋਕ ਜਿਹੜੇ ਕਿ ਇਸ ਵਕਤ ਬਾਰਡਰ ਦੇ ਉੱਤੇ ਜਾ ਕੇ ਬੈਠੇ ਆ, ਉਹਨਾਂ ਦਾ ਜੋਸ਼ ਉਬਾਲੇ ਮਾਰ ਰਿਹਾ, ਤੇ ਇਹ ਇੱਕ ਬੜੀ ਤਸੱਲੀ ਦੀ ਗੱਲ ਹੈ। ਸਾਨੂੰ ਆਪਣੇ ਭਾਰਤ ਦੇ ਉੱਤੇ ਮਾਣ ਆ, ਕਿਉਂਕਿ ਅਸੀਂ ਇੱਥੋਂ ਦੀ ਆਬੋ ਹਵਾ ਦੇ ਵਿੱਚ ਸਾਹ ਲੈਂਦੇ ਆ। ਪਰ ਭਾਰਤ ਦੇ ਵਿੱਚ ਕੰਮ ਕਿਹੋ ਜਿਹੇ ਹੁੰਦੇ ਆ, ਇਹਦੇ ਉੱਤੇ ਕਦੇ ਕਦੇ ਦੁੱਖ ਵੀ ਹੁੰਦਾ, ਕਦੇ ਕਦੇ ਸ਼ਬਦ ਵੀ ਵੈਸੇ ਤਾਂ ਨਹੀਂ ਵਰਤਣਾ ਚਾਹੀਦਾ, ਅਕਸਰ ਹੀ ਦੁੱਖ ਹੁੰਦਾ ਇਹਦੇ ਉੱਤੇ, ਕਿਉਂਕਿ ਭਾਰਤ ਦੇ ਵਿੱਚ ਉਹ ਗੱਲਾਂ ਹੁੰਦੀਆਂ ਜਿਹਦੇ ਬਾਬਤ ਕਦੇ ਕਿਆਸ ਨਹੀਂ ਕੀਤਾ ਹੁੰਦਾ, ਤੇ ਕਿਸੇ ਹੋਰ ਦੇਸ਼ ਦਾ ਨਾਗਰਿਕ ਤਾਂ ਕਦੇ ਸੋਚ ਵੀ ਨਹੀਂ ਸਕਦਾ ਕਿ ਮਹਾਨ ਭਾਰਤ ਦੇ ਵਿੱਚ ਆਹ ਕੁਝ ਵੀ ਹੋ ਸਕਦਾ ਹੈ। ਆਪਾਂ ਜਾਣਦੇ ਕਿ ਆਸਾ ਰਾਮ ਇਸ ਵਕਤ ਜੇਲ੍ਹ ਦੇ ਵਿੱਚ ਬੰਦ ਹੈ। ਉਹ ਕਿਉਂ ਬੰਦ ਹੈ? ਕਿਉਂਕਿ ਉਹਦੇ ਉੱਤੇ ਜਬਰ ਜਨਾਹ ਦੇ ਦੋਸ਼ ਵੀ ਲੱਗੇ ਆ, ਕਈ ਤਰ੍ਹਾਂ ਦੇ ਹੋਰ ਵੀ ਦੋਸ਼ ਹੈ। ਪਰ ਜੇਲ੍ਹ ਦੇ ਪ੍ਰਬੰਧਕਾਂ ਦੀ ਕਰਤੂਤ ਵੇਖ ਲਓ। ਉਸ ਜੇਲ੍ਹ ਦੇ ਪ੍ਰਬੰਧਕਾਂ ਦੇ ਵੱਲੋਂ, ਜੇਲ੍ਹ ਦੀ ਮੈਨੇਜਮੈਂਟ ਦੇ ਵੱਲੋਂ ਜੇਲ੍ਹ ਵਿਚਲੇ ਕੈਦੀਆਂ ਨੂੰ ਕੰਬਲ ਵੰਡੇ ਗਏ ਠੰਡ ਦੇ ਮੌਕੇ, ਉਹ ਵੀ ਆਸਾ ਰਾਮ ਦੀਆਂ ਫੋਟੋਆਂ ਲਾ ਕੇ। ਉਸੇ ਸ਼ਹਿਰ ਦੇ ਵਿੱਚ ਜਿਹੜੇ ਸ਼ਹਿਰ ਦੀ ਕੁੜੀ ਨੇ ਆਸਾ ਰਾਮ ਦੇ ਉੱਤੇ ਦੋਸ਼ ਲਾਏ ਕਿ ਇਹਦੇ ਵੱਲੋਂ ਮੇਰੇ ਨਾਲ ਜਬਰ ਜਨਾਹ ਕੀਤਾ ਗਿਆ। ਇਹ ਸਾਡੇ ਜੇਲ੍ਹ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬੌਧਿਕਤਾ, ਇਹ ਸਾਡੇ ਜੇਲ੍ਹ ਦੇ ਪ੍ਰਬੰਧਕ ਆ ਜਿਹੜੇ ਉੱਥੋਂ ਦੇ ਸੰਬੰਧਿਤ ਸ਼ਹਿਰ ਦੀ ਜੇਲ੍ਹ ਦੇ, ਉਹਨਾਂ ਦੀ ਅਕਲ ਆ ਵੀ ਉਹ ਇਸ ਵਕਤ ਆਸਾ ਰਾਮ ਦੇ ਫੋਟੋਆਂ ਵਾਲੇ ਕੰਬਲ ਵੰਡ ਰਹੇ ਆ। ਇੱਕ ਪਾਸੇ ਉਹ ਲੋਕ ਸੇਵਾ ਕਰ ਰਹੇ ਆ, ਦੂਜੇ ਪਾਸੇ ਉਹ ਉਸੇ ਬੰਦੇ ਨੂੰ ਜਿਹਦੇ ਉੱਤੇ 100 ਤਰ੍ਹਾਂ ਦੇ ਇਲਜ਼ਾਮ ਲੱਗੇ, ਜਿਹੜਾ ਜੇਲ੍ਹ ਦੇ ਵਿੱਚ ਹਵਾ ਖਾ ਰਿਹਾ, ਉਹਦੀ ਪ੍ਰਚਾਰ ਦੇ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਤੇ ਇੱਕ ਹੋਰ ਕਮਾਲ ਦੀ ਗੱਲ ਇਹ ਆ, ਜਿਨ੍ਹਾਂ ਨੇ ਕੰਬਲ ਪਹੁੰਚਾਏ ਆ, ਉਹਨਾਂ ਦੇ ਉੱਤੇ ਗਵਾਹ ਦਾ ਕਤਲ ਕਰਨ ਦੇ ਦੋਸ਼ ਵੀ ਲੱਗੇ ਆ, ਤੇ ਉਹ ਇਸ ਵਕਤ ਜ਼ਮਾਨਤ ਦੇ ਉੱਤੇ ਬਾਹਰ ਆਏ ਹੋਏ ਆ। ਇਹ ਸਾਡੇ ਭਾਰਤ ਦੇ ਵਿੱਚ ਹੀ ਖਬਰਾਂ ਪੈਦਾ ਹੋ ਸਕਦੀਆਂ, ਹੋਰ ਕਿਸੇ ਦੇਸ਼ ਦੇ ਵਿੱਚੋਂ ਇਹੋ ਜਿਹੀਆਂ ਖਬਰਾਂ ਸ਼ਾਇਦ ਹੀ ਨਿਕਲ ਕੇ ਸਾਹਮਣੇ ਆਉਂਦੀਆਂ ਹੋਣ। ਗੱਲ ਭਾਵੇਂ ਤੁਸੀਂ ਆਸਾ ਰਾਮ ਦੀ ਕਰੋ, ਗੱਲ ਗੁਰਮੀਤ ਰਾਮ ਦੀ ਕਰੋ, ਜਾਂ ਬਹੁਤ ਸਾਰੇ ਆਪੇ ਬਣੇ ਸੰਤ ਇਹੋ ਜਿਹੇ ਆ ਜਿਨ੍ਹਾਂ ਨੇ ਸਮੇਂ-ਸਮੇਂ ਦੇ ਉੱਤੇ ਬਹੁਤ ਵੱਡੇ ਚੰਦ ਚਾੜੇ ਆ। ਉਹਨਾਂ ਦੇ ਵਿੱਚੋਂ ਕਈਆਂ ਨੂੰ ਚੰਦ ਚਾੜਨ ਦੇ ਬਦਲੇ ਜੇਲ੍ਹ ਦੇ ਪਿੱਛੇ ਜਾਣਾ ਪਿਆ, ਤੇ ਕਈਆਂ ਨੇ ਜਿਨ੍ਹਾਂ ਨੇ ਚੰਦ ਚਾੜੇ ਆ ਤੇ ਉਹ ਇਸ ਵਕਤ ਵੀ ਆਜ਼ਾਦ ਫਿਰਦੇ ਆ। ਪਤਾ ਨਹੀਂ ਉਹਨਾਂ ਦੀ ਵਾਰੀ ਕਦੋਂ ਆਉਣੀ ਆ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਉੱਤਰ ਪ੍ਰਦੇਸ਼ ਦੇ ਵਿੱਚ ਸ਼ਾਹਜਹਾਂਪੁਰ ਜੇਲ੍ਹ ਦਾ ਪ੍ਰਸ਼ਾਸਨ ਵਿਵਾਦਾਂ ਦੇ ਵਿੱਚ ਘਿਰ ਗਿਆ। ਦਰਅਸਲ ਇੱਥੇ ਜਬਰ ਜਨਾਹ ਦੇ ਦੋਸ਼ੀ ਆਸਾ ਰਾਮ ਦੀ ਫੋਟੋ ਲਾ ਕੇ ਕੈਦੀਆਂ ਨੂੰ ਕੰਬਲ ਵੰਡੇ ਗਏ ਨੇ। ਇਸੇ ਸ਼ਹਿਰ ਦੀ ਕੁੜੀ ਦੇ ਨਾਲ ਜਬਰ ਜਨਾਹ ਕਰਨ ਦਾ ਆਸਾ ਰਾਮ ਦੇ ਉੱਤੇ ਦੋਸ਼ ਲੱਗਿਆ। ਪੀੜਤ ਦੇ ਪਿਤਾ ਨੇ ਇਸ ਘਟਨਾ ਦੇ ਉੱਤੇ ਸਖਤ ਇਤਰਾਜ਼ ਪ੍ਰਗਟ ਕੀਤਾ ਤੇ ਜਾਂਚ ਦੀ ਮੰਗ ਕੀਤੀ ਹੈ। ਜੇਲ੍ਹ ਪ੍ਰਸ਼ਾਸਨ ਨੇ ਪ੍ਰੈਸ ਨੋਟ ਜਾਰੀ ਕਰਕੇ ਇਹਨੂੰ ਸਰਕਾਰੀ ਪ੍ਰੋਗਰਾਮ ਦੱਸ ਦਿੱਤਾ ਹੈ। ਇਹਦੇ ਵਿੱਚ ਦੱਸਿਆ ਗਿਆ ਕਿ ਲਖਨਊ ਸਥਿਤ ਆਸਾ ਰਾਮ ਆਸ਼ਰਮ ਦੇ ਵੱਲੋਂ ਕੰਬਲ ਭੇਜੇ ਗਏ ਨੇ। ਅਰਜੁਨ ਤੇ ਨਰਾਇਣ ਪਾਂਡੇ ਵੱਲੋਂ ਕੰਬਲ ਭੇਜੇ ਗਏ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਅਰਜੁਨ ਤੇ ਪੁਸ਼ਪਿੰਦਰ ਆਸਾ ਰਾਮ ਕੇਸ ਦੇ ਵਿੱਚ ਗਵਾਹ ਦੇ ਕਤਲ ਦੇ ਵੀ ਦੋਸ਼ੀ ਨੇ। ਉਹ ਇਸੇ ਜੇਲ੍ਹ ਦੇ ਵਿੱਚ ਬੰਦ ਰਹੇ ਨੇ ਤੇ ਫਿਲਹਾਲ ਉਹ ਜ਼ਮਾਨਤ ਦੇ ਉੱਤੇ ਚੱਲ ਰਹੇ ਨੇ। ਸ਼ਾਹਜਹਾਂਪੁਰ ਜੇਲ੍ਹ ਦੇ ਰਾਕੇਸ਼ ਕੁਮਾਰ ਨੇ ਮਾਮਲੇ ਦੀ ਸਫਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਰੇਪ ਕੇਸ ਦੇ ਗਵਾਹ ਦੀ ਹੱਤਿਆ ਦੇ ਦੋਸ਼ੀ ਜ਼ਮਾਨਤ ਦੇ ਉੱਤੇ ਬਾਹਰ ਨੇ। ਉਹਨਾਂ ਬੰਦੀਆਂ ਨੂੰ ਕੰਬਲ ਵੰਡਣ ਦੀ ਇੱਛਾ ਪ੍ਰਗਟਾਈ ਸੀ, ਇਸ ਲਈ ਇਜਾਜ਼ਤ ਦੇ ਦਿੱਤੀ ਗਈ। ਇੱਥੇ ਕਿਤਾਬਾਂ ਨਹੀਂ ਵੰਡੀਆਂ ਗਈਆਂ। ਐਸਪੀ ਬੇਸ਼ੱਕ ਸਫਾਈ ਦੇ ਰਹੇ ਨੇ, ਪਰ ਇੱਥੇ ਕੀ ਕੁਝ ਵੰਡਿਆ ਗਿਆ ਇਸ ਦਾ ਜੇਲ੍ਹ ਦੇ ਵਿੱਚੋਂ ਹੀ ਜਾਰੀ ਪ੍ਰੈਸ ਨੋਟ ਦੇ ਵਿੱਚ ਜ਼ਿਕਰ ਕੀਤਾ ਗਿਆ। ਇਹਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ ਇੱਥੇ ਕਿਤਾਬਾਂ ਵੀ ਵੰਡੀਆਂ ਗਈਆਂ ਨੇ। ਇੱਥੇ ਵੀ ਦੱਸਣਾ ਬਣਦਾ ਹੈ ਕਿ ਆਸਾ ਰਾਮ ਨੇ 2013 ਦੇ ਵਿੱਚ ਸ਼ਾਹਜਹਾਂਪੁਰ ਦੀ ਹੀ ਇੱਕ ਵਿਦਿਆਰਥਣ ਦੇ ਨਾਲ ਜਬਰ ਜਨਾਹ ਕੀਤਾ ਸੀ। 2018 ਦੇ ਵਿੱਚ ਰਾਜਸਥਾਨ ਦੀ ਜੋਧਪੁਰ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਆਸਾ ਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਆਸਾ ਰਾਮ ਦੇ ਚੇਲੇ ਚਾਟੜੇ ਜਿਹੜੇ ਕਿ ਵੱਖ-ਵੱਖ ਜੇਲ੍ਹਾਂ ਦੇ ਵਿੱਚੋਂ ਜ਼ਮਾਨਤ ਦੇ ਉੱਤੇ ਬਾਹਰ ਆਏ ਆ, ਉਹ ਉਹਨਾਂ ਜੇਲ੍ਹਾਂ ਦੇ ਵਿੱਚ ਹੀ ਇਹੋ ਜਿਹਾ ਪ੍ਰਭਾਵ ਰੱਖਦੇ ਆ ਵੀ ਉਹਨਾਂ ਜੇਲ੍ਹਾਂ ਦੇ ਵਿੱਚ ਉਹ ਕੰਬਲ ਦਿੰਦੇ ਆ ਵੀ ਬਾਕੀ ਕੈਦੀਆਂ ਨੂੰ ਵੰਡ ਦਿਓ। ਨਾਲੇ ਉਹ ਪ੍ਰਚਾਰ ਚਾਹੁੰਦੇ ਆ ਤੇ ਨਾਲੇ ਆਪਦਾ ਅਕਸ ਸੁਧਾਰਨਾ ਵੀ ਚਾਹੁੰਦੇ ਆ। ਹੁਣ ਤੁਸੀਂ ਸੋਚ ਕੇ ਦੇਖੋ ਕਿ ਜੇਕਰ ਜ਼ਮਾਨਤ ਦੇ ਉੱਤੇ ਬਾਹਰ ਆਏ ਕੈਦੀ ਇਸ ਤਰੀਕੇ ਦੇ ਨਾਲ ਫੋਟੋਆਂ ਲਾ ਕੇ ਕੰਬਲ ਵੰਡਵਾ ਸਕਦੇ ਆ, ਉਹ ਵੀ ਜੇਲ੍ਹ ਦੇ ਪ੍ਰਬੰਧਕਾਂ ਦੇ, ਜੇਲ੍ਹ ਦੇ ਵਿੱਚ ਜਿੰਨੇ ਸੁਰੱਖਿਆ ਕਰਮਚਾਰੀ ਆ ਉਹਨਾਂ ਦੇ ਹੱਥੀਂ, ਤਾਂ ਫਿਰ ਅੰਦਰ ਉਹਨਾਂ ਦੀ ਕਿੰਨੀ ਚੱਲਦੀ ਹੋਊਗੀ। ਅੰਦਰ ਉਹਨਾਂ ਨੂੰ ਕੀ VIP ਟਰੀਟਮੈਂਟ ਨਹੀਂ ਮਿਲਦਾ ਹੋਣਾ, ਜਾਂ ਕੀ ਇਸ ਹਿਸਾਬ ਦੇ ਨਾਲ ਜੇਕਰ ਜੇਲ੍ਹਾਂ ਦੇ ਜਿਹੜੇ ਸੁਪਰਡੈਂਟ ਨੇ ਜਾਂ ਜਿਹੜਾ ਵੀ ਬਾਕੀ ਅਮਲਾ ਫੈਲਾ ਉਹ ਇੰਨਾ ਮਿਹਰਬਾਨ ਆ, ਸਰਕਾਰਾਂ ਇੰਨੀਆਂ ਮਿਹਰਬਾਨ ਆ, ਤਾਂ ਫਿਰ ਕੀ ਆਸਾ ਰਾਮ ਨੂੰ ਆਮ ਕੈਦੀਆਂ ਵਾਂਗੂ ਰੱਖਿਆ ਜਾਂਦਾ ਹੋਊਗਾ? ਇਹ ਗੱਲ ਇੱਥੋਂ ਸਾਰੀ ਖੁੱਲ੍ਹ ਕੇ ਸਾਹਮਣੇ ਆ ਜਾਂਦੀ ਹੈ। ਦੂਜੀ ਗੱਲ ਇਹ ਹੈ ਕਿ ਇਸ ਖਬਰ ਦੇ ਉੱਤੇ ਵੱਡੀ ਚਰਚਾ ਛਿੜਨੀ ਚਾਹੀਦੀ ਹੈ, ਪਰ ਨੈਸ਼ਨਲ ਮੀਡੀਆ ਦੇ ਵੱਡੇ ਹਿੱਸੇ ਦੇ ਵੱਲੋਂ ਇਸ ਖਬਰ ਨੂੰ ਨਸ਼ਰ ਨਹੀਂ ਕੀਤਾ ਗਿਆ, ਜਿਹੜੀ ਕਿ ਮਾੜੀ ਗੱਲ ਹੈ। ਇਸ ਵਕਤ ਨੈਸ਼ਨਲ ਮੀਡੀਆ ਬਾਕੀ ਖਬਰਾਂ ਕਿ ਸਲਮਾਨ ਖਾਨ ਦਾ ਵਿਆਹ ਕਦੋਂ ਹੋਊਗਾ,
अनुष्का शर्मा ने की करना, विराट कोहली ने किन्ने रन बना लए आ, नागन सीरीयल वाली अजकल की कर रही है, ਇਹਦੇ ਵੱਲ ਆਪਣਾ ਧਿਆਨ ਲਾਉਣ ਦੀ ਥਾਂ ਦੇ ਉੱਤੇ ਜੇਕਰ ਇਹੋ ਜਿਹੀਆਂ ਖੋਜ ਖਬਰਾਂ ਪੇਸ਼ ਕਰੇ ਤਾਂ ਉਹਦੇ ਵਰਗੀ ਰੀਸ ਕੋਈ ਨਹੀਂ ਹੋਣੀ। ਮੈਨੂੰ ਹਮੇਸ਼ਾ ਇਸ ਗੱਲ ਦੇ ਉੱਤੇ ਦੁੱਖ ਰਹਿੰਦਾ ਹੈ ਕਿ ਸਾਡੇ ਨੈਸ਼ਨਲ ਮੀਡੀਆ ਦੇ 90% ਹਿੱਸੇ ਦੇ ਵੱਲੋਂ ਆਪਣੀ ਜ਼ਮੀਰ ਨੂੰ ਕਿਵੇਂ ਗਹਿਣੇ ਪਾ ਦਿੱਤਾ ਗਿਆ। ਜੇਕਰ ਇਹ ਜ਼ਮੀਰ ਗਹਿਣੇ ਨਾ ਪਈ ਹੁੰਦੀ ਤਾਂ ਅੱਜ ਟਰਾਲੀ ਟਾਈਮਜ਼ ਅਖਬਾਰ ਸਿੰਘੂ ਬਾਰਡਰ ਦੇ ਉੱਤੋਂ ਕੱਢਣ ਦੀ ਲੋੜ ਨਾ ਪੈਂਦੀ, ਆਪਦਾ ਮੀਡੀਆ ਆਪੇ ਤਿਆਰ ਕਰਨ ਦੀ ਜ਼ਰੂਰਤ ਨਾ ਪੈਂਦੀ। ਸੋ ਆਸਾਰਾਮ ਵਰਗੇ ਲੋਕ ਆ ਜਿਹੜੇ ਇਹਨਾਂ ਦੀਆਂ ਕਰਤੂਤਾਂ ਬਾਰੇ ਬੇਸ਼ੱਕ ਬੱਚਾ ਜਾਣਦਾ, ਦੁਨੀਆ ਦੇ ਵਿੱਚ ਹਰ ਸ਼ਖਸ ਨੂੰ ਇਸ ਗੱਲ ਦਾ ਪਤਾ ਕਿ ਆਸਾਰਾਮ ਕਿਹੜੀ ਕਰਤੂਤ ਕਰਕੇ ਅੰਦਰ ਗਿਆ, ਪਰ ਉਸ ਸ਼ਹਿਰ ਦੇ ਜੇਲ੍ਹ ਪ੍ਰਬੰਧਕਾਂ ਨੂੰ, ਜੇਲ੍ਹ ਦੇ ਸੁਪਰਡੈਂਟ ਨੂੰ ਹੀ ਸਮਝ ਨਹੀਂ ਜਿਹੜੇ ਸ਼ਹਿਰ ਦੀ ਕੁੜੀ ਨੇ ਜਬਰ ਜਨਾਹ ਕਰਨ ਦਾ ਦੋਸ਼ ਆਸਾਰਾਮ ਦੇ ਉੱਤੇ ਲਾਇਆ ਸੀ। ਸੋ ਮਿਲੀ ਭੁਗਤ ਕੀ ਹੁੰਦੀ ਹੈ, ਆਪਣਿਆਂ ਨੂੰ ਕਿਵੇਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਵੇਂ ਇੱਥੇ ਸਾਰੀਆਂ ਗੱਲਾਂ ਨੂੰ ਭੁਲਾ ਕੇ ਤੇ ਲੋਕਾਂ ਨੂੰ ਭੁਚਲਾਵੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਆਸਾਰਾਮ ਵਾਲੀ ਇਸ ਘਟਨਾ ਤੋਂ ਸਾਰਾ ਕੁਝ ਰੂਪਮਾਨ ਹੋ ਜਾਂਦਾ। ਇਸ ਵਕਤ ਇੰਗਲੈਂਡ ਦੇ ਵਿੱਚ ਕਰੋਨਾ ਵਾਇਰਸ ਫਿਰ ਕਹਿੰਦੇ ਵੱਧ ਰਿਹਾ ਤੇ ਇਸੇ ਕਰਕੇ ਉੱਥੇ ਲੋਕਡਾਊਨ ਵੀ ਹੋ ਗਿਆ। ਲੰਘੇ ਕੱਲ੍ਹ ਅਸੀਂ ਖਬਰ ਸਾਂਝੀ ਕੀਤੀ ਸੀ ਕਿ 31 ਦਸੰਬਰ ਤੱਕ ਭਾਰਤ ਦੇ ਵਿੱਚ ਆਉਣ ਵਾਲੀਆਂ ਇੰਗਲੈਂਡ ਤੋਂ ਸਾਰੀਆਂ ਉਡਾਣਾਂ ਹੀ ਰੋਕ ਦਿੱਤੀਆਂ ਗਈਆਂ, ਯਾਨੀ ਕਿ ਇੰਗਲੈਂਡ ਤੋਂ ਹੁਣ ਕੋਈ ਵੀ ਭਾਰਤ ਦੇ ਵਿੱਚ ਜਹਾਜ਼ ਉਤਰ ਨਹੀਂ ਸਕੂਗਾ, ਉਧਰ ਤਾਂ ਜਾ ਹੀ ਨਹੀਂ ਰਿਹਾ ਪਹਿਲਾਂ ਹੀ। ਸੋ ਇਸ ਕਰਕੇ ਇਸ ਖਬਰ ਦੇ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਸੀ ਕਿ ਜਿਹੜੇ ਉਧਰਲੇ ਪੇਸ਼ੈਂਟ ਆ, ਜਿਹੜੇ ਮਰੀਜ਼ ਆ, ਉਹ ਇੱਧਰ ਨਾ ਕਿਤੇ ਆ ਜਾਣ, ਇਸੇ ਕਰਕੇ ਜਹਾਜ਼ ਬੰਦ ਕੀਤੇ ਗਏ। ਪਰ ਹੁਣ ਖਬਰ ਇਹ ਪ੍ਰਾਪਤ ਹੋਈ ਹੈ ਕਿ ਜੋ ਇੰਗਲੈਂਡ ਦੇ ਵਿੱਚੋਂ ਅੰਮ੍ਰਿਤਸਰ ਦੇ ਏਅਰਪੋਰਟ ਦੇ ਉੱਤੇ ਜਹਾਜ਼ ਉਤਰਿਆ, ਉਹਦੇ ਵਿੱਚੋਂ ਕਈ ਜਣੇ ਕਰੋਨਾ ਪੋਜ਼ਿਟਿਵ ਨਿਕਲੇ ਆ। ਹੁਣ ਇਸ ਮਾਮਲੇ ਦੇ ਉੱਤੇ ਮੁਸਾਫਰ ਭੜਕੇ ਵੀ ਆ, ਕਿਉਂਕਿ ਮੁਸਾਫਰਾਂ ਨੂੰ 15 ਘੰਟੇ ਜੇਕਰ ਏਅਰਪੋਰਟ ਦੇ ਵਿੱਚ ਬੰਦ ਰੱਖਿਆ ਜਾਵੇ, ਕੈਦੀਆਂ ਵਾਂਗੂ ਰੱਖਿਆ ਜਾਵੇ, ਤਾਂ ਉਹਨਾਂ ਵਿਚਾਰਿਆਂ ਦੀ ਮਨੋਦਸ਼ਾ ਕੀ ਹੋ ਸਕਦੀ ਹੈ। ਉਹਨਾਂ ਨੇ ਹੱਲਾ ਗੁੱਲਾ ਵੀ ਕੀਤਾ, ਉਹਨਾਂ ਨੇ ਮਾੜਾ ਚੰਗਾ ਵੀ ਕਿਹਾ। ਉਹ ਆਪਣੀ ਥਾਂ ਦੇ ਉੱਤੇ ਸਹੀ ਹੈ, ਕਿਉਂਕਿ ਇਸ ਵਕਤ ਤੁਸੀਂ ਦੇਖਣਾ ਵੀ ਭਾਈ ਇਹ ਕਿਹੋ ਜਿਹੇ ਪ੍ਰਬੰਧ ਆ ਤੇ ਕਿਵੇਂ ਅਸੀਂ ਕਰੋਨਾ ਦੇ ਟੈਸਟ ਕਰਨੇ ਆ। ਇੱਕ ਪਾਸੇ ਇਹ ਗੱਲ ਕਹੀ ਜਾ ਰਹੀ ਹੈ ਕਿ ਜਦੋਂ ਜਹਾਜ਼ ਦੇ ਵਿੱਚ ਕਿਸੇ ਨੇ ਸਫ਼ਰ ਕਰਨਾ ਉਹਦਾ ਅਸੀਂ ਕਰੋਨਾ ਟੈਸਟ ਕਰਦੇ ਹਾਂ, ਫਿਰ ਅਚਾਨਕ 7, 8, 9 ਘੰਟਿਆਂ ਦੀ ਫਲਾਈਟ ਦੇ ਵਿੱਚ ਬੈਠੇ ਬੰਦੇ ਉਹਨੂੰ ਕਿਵੇਂ ਕਰੋਨਾ ਹੋ ਗਿਆ। ਹੁਣ ਇਹ ਸਵਾਲ ਜ਼ਰੂਰ ਪੈਦਾ ਹੁੰਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਬ੍ਰਿਟੇਨ ਦੇ ਵਿੱਚ ਕਰੋਨਾ ਵਾਇਰਸ ਦਾ ਨਵਾਂ ਰੂਪ ਮਿਲਣ ਦੇ ਕਰਕੇ ਦਹਿਸ਼ਤ ਹੈ। ਉੱਥੋਂ ਆਈਆਂ ਕੁਝ ਫਲਾਈਟਸ ਦੇ ਵਿੱਚ ਹੁਣ ਤੱਕ 11 ਲੋਕ ਪੋਜ਼ਿਟਿਵ ਮਿਲੇ ਨੇ। ਇਹਦੇ ਵਿੱਚੋਂ ਇੱਕ ਫਲਾਈਟ ਬੀਤੀ ਰਾਤ ਦਿੱਲੀ ਪਹੁੰਚੀ, ਜਿਹਦੇ ਵਿੱਚ 266 ਵਿੱਚੋਂ 5 ਲੋਕ ਪੀੜਤ ਪਾਏ ਗਏ। 2 ਪੋਜ਼ਿਟਿਵ ਕਲਕੱਤੇ ਦੇ ਵਿੱਚ ਮਿਲੇ ਨੇ। ਐਤਵਾਰ ਨੂੰ ਲੰਡਨ ਤੋਂ ਉਹ ਕਲਕੱਤਾ ਆਏ ਸਨ। ਇਸੇ ਤਰ੍ਹਾਂ ਅਹਿਮਦਾਬਾਦ ਲੈਂਡ ਹੋਈ ਇੱਕ ਫਲਾਈਟ ਦੇ ਵਿੱਚ 4 ਲੋਕ ਪੀੜਤ ਪਾਏ ਗਏ ਨੇ। ਇਹਦੇ ਵਿੱਚ ਇੱਕ ਬ੍ਰਿਟਿਸ਼ ਨਾਗਰਿਕ ਵੀ ਸ਼ਾਮਿਲ ਹੈ। ਦਿੱਲੀ ਦੇ ਵਿੱਚ ਪੀੜਤ ਪਾਏ ਗਏ ਲੋਕਾਂ ਦੇ ਸੈਂਪਲ ਰਿਸਰਚ ਵਾਸਤੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੂੰ ਭੇਜੇ ਗਏ ਨੇ। ਇਸੇ ਤਰੀਕੇ ਨਾਲ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੀ ਰਾਤ ਲੰਡਨ ਤੋਂ ਅੰਮ੍ਰਿਤਸਰ ਏਅਰਪੋਰਟ ਦੇ ਉੱਤੇ ਲੈਂਡ ਹੋਈ ਉਡਾਣ ਦੇ ਵਿੱਚ 264 ਯਾਤਰੀ ਸਵਾਰ ਸਨ। ਇਹਨਾਂ ਦਾ ਕਰੋਨਾ ਟੈਸਟ ਕੀਤਾ ਗਿਆ ਤੇ 8 ਜਣੇ ਕਰੋਨਾ ਪੀੜਤ ਪਾਏ ਗਏ ਨੇ। ਇਹਦੇ ਵਿੱਚੋਂ 6 ਮਰਦ ਤੇ 2 ਔਰਤਾਂ ਸ਼ਾਮਿਲ ਨੇ। ਇਹਨਾਂ ਸਾਰਿਆਂ ਨੂੰ ਨਿਯਮਾਂ ਦੇ ਮੁਤਾਬਕ ਕੁਆਰੰਟੀਨ ਦੇ ਵਿੱਚ ਭੇਜ ਦਿੱਤਾ ਗਿਆ। ਦੱਸਣਾ ਬਣਦਾ ਕਿ ਬ੍ਰਿਟੇਨ ਦੇ ਵਿੱਚ ਕਰੋਨਾ ਦੇ ਨਵੇਂ ਸਟ੍ਰੇਨ ਕਰਕੇ ਲੋਕਡਾਊਨ ਲੱਗ ਚੁੱਕਿਆ ਤੇ ਲੰਘੇ ਕੱਲ੍ਹ ਤੋਂ UK ਤੇ ਭਾਰਤ ਦਰਮਿਆਨ ਉਡਾਣਾਂ 31 ਦਸੰਬਰ ਤੱਕ ਬੰਦ ਹੋ ਚੁੱਕੀਆਂ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਕਰੋਨਾ ਘੱਟ ਜਾਂ ਵੱਧ ਆਪਣੇ ਫੇਰ ਪੈਰ ਪਸਾਰਦਾ ਹੋਇਆ ਨਜ਼ਰ ਆ ਰਿਹਾ। ਭਾਰਤ ਦੇ ਵਿੱਚ ਵੀ ਇਸ ਗੱਲ ਦੇ ਬਾਬਤ ਚਰਚਾ ਛਿੜਦੀ ਆ ਕਿ ਇੱਥੇ ਵੀ ਕਰੋਨਾ ਫੈਲ ਰਿਹਾ, ਪਰ ਇੱਥੋਂ ਦੀ ਸਰਕਾਰ ਦੀ ਨੀਤ ਦੇ ਉੱਤੇ ਆ ਕੇ ਫਿਰ ਸਵਾਲ ਖੜਾ ਹੋ ਜਾਂਦਾ। ਉਹਦਾ ਕਾਰਨ ਇਹ ਆ ਵੀ ਜੇ ਤਾਂ ਆਮ ਲੋਕ ਇਕੱਠੇ ਹੋਣ ਕਰੋਨਾ ਫੈਲ ਜਾਂਦਾ, ਤੇ ਜੇਕਰ ਕਿਸੇ ਸੂਬੇ ਦੇ ਵਿੱਚ ਚੋਣਾਂ ਹੋਣ, ਵਿਧਾਨ ਸਭਾ ਦੀਆਂ ਜਾਂ ਕੋਈ ਹੋਰ ਚੋਣਾਂ ਹੋਣ, ਉੱਥੇ ਭਾਵੇਂ ਲੱਖ ਬੰਦੇ ਦੀਆਂ ਰੈਲੀਆਂ ਕਰ ਲਓ ਤੇ ਕਰੋਨਾ ਹੁੰਦਾ ਨਹੀਂ। ਬਾਕੀ ਦੇਸ਼ਾਂ ਦੇ ਵਿੱਚ ਇਉਂ ਨਹੀਂ ਹੁੰਦਾ। ਬਾਕੀ ਦੇਸ਼ਾਂ ਦੇ ਵਿੱਚ ਪ੍ਰਧਾਨ ਮੰਤਰੀ ਤੇ ਵੀ ਉਹੀ ਨਿਯਮ ਲਾਗੂ ਹੁੰਦਾ ਤੇ ਰਿਕਸ਼ਾ ਚਾਲਕ ਤੇ ਵੀ ਉਹੀ ਹੁੰਦਾ, ਮਜ਼ਦੂਰ ਤੇ ਵੀ ਉਹੀ ਹੁੰਦਾ। ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਤੇ ਨਿਯਮ ਹੋਰ ਲਾਗੂ ਹੁੰਦਾ ਤੇ ਆਮ ਬੰਦੇ ਦੇ ਉੱਤੇ ਹੋਰ ਹੁੰਦਾ। ਇਸ ਕਰਕੇ ਕਰੋਨਾ ਦੇ ਉੱਤੇ ਬੇਵਿਸ਼ਵਾਸੀ ਪੈਦਾ ਹੋਈ ਹੈ ਵੀ ਇਹ ਕੁਛ ਨਹੀਂ ਕਰਦਾਗਾ। ਲੋਕ ਇਸੇ ਕਰਕੇ ਬੇਡਰ ਹੋ ਗਏ ਆ। ਪਰ ਇੱਕ ਜਾਣਕਾਰੀ ਹੋਰ ਵੀ ਪ੍ਰਾਪਤ ਹੋਈ ਹੈ ਵੀ ਦਿੱਲੀ ਦੇ ਵਿੱਚ ਧਰਨਾ ਦੇਣ ਵਾਲੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਕਰੋਨਾ ਪੋਜ਼ਿਟਿਵ ਪਾਏ ਗਏ ਆ। ਸੋ ਆਉਂਦੇ ਦਿਨਾਂ ਦੇ ਵਿੱਚ ਕਰੋਨਾ ਭਾਰਤ ਦੇ ਵਿੱਚ ਕਿੰਨੀ ਕੁ ਮਾਰ ਮਾਰਦਾ ਇਹ ਵਕਤ ਦੱਸੂਗਾ। ਪਰ ਅਸੀਂ ਚਾਹੁੰਦੇ ਹਾਂ ਕਿ ਸਾਰੇ ਲੋਕ ਤੰਦਰੁਸਤ ਰਹਿਣ, ਕਿਸੇ ਨੂੰ ਤਤੀਵਾ ਵੀ ਨਾ ਲੱਗੇ, ਸਾਰੇ ਲੋਕ ਜ਼ਿੰਦਾਬਾਦ ਰਹਿਣ। ਇਸ ਵਕਤ ਜਦੋਂ ਅਸੀਂ ਬਹੁਤ ਸਾਰੇ ਹੋਰ ਸੰਕਟਾਂ ਨਾਲ ਜੂਝ ਰਹੇ ਹਾਂ ਤੇ ਕਰੋਨਾ ਮਹਾਮਾਰੀ ਦੇ ਕਰਕੇ ਅਸੀਂ ਆਰਥਿਕ ਤੌਰ ਦੇ ਉੱਤੇ ਪਹਿਲਾਂ ਜਦੋਂ ਬੜੇ ਝੰਬੇ ਗਏ ਹਾਂ, GDP ਸਾਡੀ ਮਾਈਨਸ ਦੇ ਵਿੱਚ ਚਲੀ ਗਈ, ਬੁਰਾ ਹਾਲ ਤੇ ਬੌਂਕੇ ਦਿਹਾੜਿਆਂ ਵਾਲੀ ਗੱਲ ਹੈ। ਇਸ ਕਰਕੇ ਕਰੋਨਾ ਮਹਾਮਾਰੀ ਆਪਣੇ ਪੈਰ ਨਾ ਪਸਾਰੇ ਤੇ ਬਚਾਅ ਦੇ ਵਿੱਚ ਬਚਾਅ ਤੇ ਅਸੀਂ ਸਾਰੇ ਇਹਤਿਆਤ ਦੀ ਵਰਤੋਂ ਵੀ ਕਰੀਏ। ਇਹ ਗੱਲ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਦੇ ਤੌਰ 'ਤੇ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।